ਅੱਜ ਤੋਂ ਠੀਕ 13 ਸਾਲ ਪਹਿਲਾਂ युवराज सिंह ने दुनिया भर ਦੇ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਈ ਸੀ ਕਿਉਂਕਿ ਇਕਲੌਤਾ ਇਸ ਤਰ੍ਹਾਂ ਦਾ ਖਿਡਾਰੀ ਜਿਸ ਨੇ 6 ਬਾਲਾਂ ਤੇ 6 ਛੱਕੇ ਮਾਰ ਕੇ ਆਪਣੇ ਆਪ ਨੂੰ ਵੱਖਰਾ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਅੱਜ 13 ਸਾਲ ਬਾਅਦ ਇੱਕ ਵਾਰ ਫਿਰ युवराज ਸਿੰਘ ਵੱਲੋਂ ਆਪਣਾ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਉਹਨਾਂ ਦੇ ਪਿਤਾ ਤੇ ਕੋਚ ਯੋਗਰਾਜ ਸਿੰਘ ਜੀ। ਸਰ ਸਭ ਤੋਂ ਪਹਿਲਾਂ ਸਵਾਗਤ ਹੈ ਦੈਨਿਕ ਸਵੇਰਾ ਤੇ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਯੋਗਰਾਜ ਜੀ, ਕਿੰਨੀ ਵੱਡੀ ਅਚੀਵਮੈਂਟ ਸੀਗੀ। 13 ਸਾਲ ਹੋ ਗਏ ਅੱਜ ਇਸ ਨੂੰ ਹਰ ਸਾਲ ਤੁਸੀਂ ਸੈਲੀਬ੍ਰੇਟ ਕਰਦੇ ਹੋ, ਲੇਕਿਨ ਅੱਜ ਵੱਖਰੇ ਤਰੀਕੇ ਦੀ ਖੁਸ਼ੀ ਦੇਖਣ ਨੂੰ। ਮੈਂ ਸਮਝਦਾ ਯਾਦਾਂ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ। ਹਿਸਟਰੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਜਿਸ ਬੰਦੇ ਨੂੰ ਯਾਦਾਂ ਅੱਛੀਆਂ ਯਾਦਾਂ ਹਿਸਟਰੀ ਉਹ ਰਿਪੀਟ ਨਹੀਂ ਹੁੰਦੀ ਤਾਂ ਨੈਚੁਰਲੀ ਕਿਤੇ ਇੱਥੇ ਵੈਕਿਊਮ ਲੱਗਦਾ ਹੈ। ਸੋ ਆਈ ਥਿੰਕ ਮੈਨੂੰ ਇਸ ਤਰ੍ਹਾਂ ਬੈਠੇ ਬੈਠੇ ਅੱਜ ਲੱਗਿਆ ਸਵੇਰੇ ਕਿ ਯੂਵੀ ਚੰਡੀਗੜ੍ਹ 'ਚ ਖੇਡਦਾ ਸੀ ਕਿਉਂਕਿ ਇੱਥੇ ਉਹ ਖੇਡਦਾ ਰਿਹਾ ਛੋਟਾ ਜਿਹਾ ਹੁੰਦਾ। ਇੱਥੇ DAV ਕਾਲਜ 'ਚ ਆ ਰਿਹਾ ਸੀ, ਇੱਥੇ ਜਿੱਥੇ ਅਕੈਡਮੀ ਬਣ ਰਹੀ ਹੈ। ਅਤੇ ਬੱਚੇ ਵੀ ਇਹ ਮਹਿਸੂਸ ਕਰਦੇ ਸੀ ਕਿ ਹਰ ਸਾਲ ਸਾਨੂੰ ਇਹ ਦਿਨ ਮਨਾਉਣਾ ਚਾਹੀਦਾ। ਅੱਜ ਫਿਰ ਸਾਰਿਆਂ ਨੂੰ ਮੈਂ ਫੋਨ ਕੀਤਾ ਸਵੇਰੇ, ਸਾਰਿਆਂ ਦੇ ਮੈਨੂੰ ਵੀ ਫੋਨ ਆਏ, ਕਹਿੰਦੇ ਸਰ ਆਪਾਂ ਕਦੇ ਵੀ ਐਡੀ ਵੱਡੀ ਅਚੀਵਮੈਂਟ ਆਪਣੇ ਚੰਡੀਗੜ੍ਹ ਵਿੱਚੋਂ 2 ਬੰਦੇ ਹੋਏ ਆ। ਕਪਿਲ ਦੇਵ ਨੇ 83 ਵਰਲਡ ਕੱਪ ਜਿੱਤਿਆ ਸੀ ਜਿਹੜਾ ਸਾਨੂੰ ਹਰ ਸਾਲ ਮਨਾਉਣਾ ਚਾਹੀਦਾ ਚੰਡੀਗੜ੍ਹ ਵਾਲਿਆਂ ਨੂੰ, ਅਤੇ ਯੂਵੀ ਨੇ 6 ਛਿੱਕੇ ਮਾਰੇ ਸੀ ਅਤੇ 2 ਸਾਡੇ ਐਡੇ ਗ੍ਰੇਟੈਸਟ ਲੈਜੈਂਡਸ ਹੋਏ ਆ ਚੰਡੀਗੜ੍ਹੋਂ। ਅਤੇ ਮੈਂ ਸੋਚਿਆ ਕਿ ਉਹ ਯਾਦਾਂ 'ਚ ਤਾਜ਼ੀਆਂ ਕੀਤੀਆਂ ਜਾਣ ਕਿਉਂਕਿ 6 ਛਿੱਕੇ ਇੱਕ ਰੇਅਰ ਫੀਟ ਹੁੰਦੀ ਹੈ, ਕੋਈ ਹਰੇਕ ਬੰਦਾ ਕਰ ਨਹੀਂ ਸਕਦਾ। ਜੇ ਰਵੀ ਸ਼ਾਸਤਰੀ ਨੇ ਮਾਰੇ ਤਾਂ ਡੋਮੈਸਟਿਕ ਕ੍ਰਿਕਟ 'ਚ ਮਾਰੇ ਆ, ਜੇ ਸਰ ਗਾਲਫੀਲਡ ਸੋਬਰ ਨੇ ਮਾਰੇ ਆ ਤਾਂ ਕਾਊਂਟੀ ਕ੍ਰਿਕਟ 'ਚ ਮਾਰੇ ਆ, ਹਰਸਲ ਗਿਬਸ ਨੇ ਮਾਰੇ ਆ ਤਾਂ ਵਰਲਡ ਕੱਪ ਦੇ ਵਿੱਚ ਮਾਰੇ ਆ। ਬੜੀ ਗ੍ਰੇਟ ਅਚੀਵਮੈਂਟ। ਤਾਂ ਯੂਵੀ ਨੇ ਉੱਥੇ ਜਾ ਕੇ 6 ਛਿੱਕੇ ਮਾਰੇ ਜਿੱਥੇ ਇੰਡੀਆ ਨੂੰ ਟੀਮ ਦੀ ਰਨਸ ਦੀ ਬੜੀ ਲੋੜ ਸੀ। ਔਰ ਮੈਂ ਸਮਝਦਾ ਸੀ ਕਿ ਉਹ ਜਿੰਨੇ ਬੱਚੇ ਉਹਦੇ ਨਾਲ ਖੇਡੇ ਆ ਜਾਂ ਸੀਨੀਅਰ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਉਹਨੂੰ ਖਿਡਾਉਣ ਲਈ ਇੱਥੇ ਪਹੁੰਚਾਉਣ ਦੀ, ਉਹਨਾਂ ਨਾਲ ਇਹ ਸਾਰੀ ਚੀਜ਼ਾਂ ਸ਼ੇਅਰ ਕੀਤੀ ਜਾਏ। ਔਰ ਉਸ ਤੋਂ ਜ਼ਿਆਦਾ ਮੈਨੂੰ ਖੁਸ਼ੀ ਪ੍ਰੈਸ ਵਾਲਿਆਂ ਨੂੰ ਬੁਲਾ ਕੇ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਕਿਉਂਕਿ ਤੁਸੀਂ ਲੋਕ ਹੀ ਸੀਗੇ ਉਦੋਂ। ਮੈਨੂੰ ਯਾਦ ਆ 13 ਸਾਲ ਪਹਿਲਾਂ ਜਦ ਐਡਾ ਗਲੋਰੀਫਾਈਡ ਚੀਜ਼ ਹੋਈ, ਮੈਂ ਵੀ ਇੱਕ ਵਾਰੀ ਇਹ ਦੰਗ ਰਹਿ ਗਿਆ ਵੀ ਇਸ ਤਰ੍ਹਾਂ ਵੀ ਰੱਬ ਕਰ ਸਕਦਾ ਜਾਂ ਇਸ ਤਰ੍ਹਾਂ ਵੀ ਕੋਈ ਪਲੇਅਰ ਖੇਡ ਸਕਦਾ। ਸੋ ਆਈ ਐਮ ਵੈਰੀ ਹੈਪੀ with all the press people. Thank you for being with me and being my son and being with Chandigarh cricket. So ਮੈਨੂੰ ਬੜਾ ਮਾਣ ਹੈ ਕਿ ਇਸ DAV ਕਾਲਜ ਦੇ ਵਿੱਚ ਐਡੇ ਵੱਡੇ ਪਲੇਅਰ ਨਿਕਲੇ। ਉਹਦੇ ਵਿੱਚੋਂ ਕਿ ਯੁਵਰਾਜ ਵੀ ਹੈ ਜਿਹਨੇ 6 ਛਿੱਕੇ ਮਾਰ ਕੇ ਇੱਕ ਰਿਕਾਰਡ ਵਰਲਡ ਰਿਕਾਰਡ ਕਾਇਮ ਕੀਤਾ ਹੈ। 6 ਬਾਲਾਂ ਤੇ 6 ਛੱਕੇ ਤੇ ਬੜਾ ਸੁਣਨ ਨੂੰ ਤਾਂ ਬੜਾ ਉਹ ਲੱਗਦਾ ਹੈ ਕਿ ਲੇਕਿਨ ਜਿਸ ਤਰੀਕੇ ਨਾਲ ਉਸਨੇ ਇੰਗਲੈਂਡ ਦੇ ਛੱਕੇ ਛੁਡਾਏ ਸੀਗੇ ਉਹ ਹਰ ਸਾਲ ਉਸ ਨੂੰ ਯਾਦ ਕੀਤਾ ਜਾਂਦਾ। ਹਰ ਪਾਰੀ ਜਿਹੜੀ ਉਹ ਯੁਵਰਾਜ ਦੀ ਯਾਦਗਾਰ ਹੈਗੀ, ਲੇਕਿਨ ਉਹ ਪਾਰੀ ਕੁਝ ਅਲੱਗ ਸੀਗੀ ਕਿ ਜਿਹੜੀ T20 ਵਰਲਡ ਕੱਪ ਦੇ ਵਿੱਚ ਉਸਨੇ ਇਹ ਪਾਰੀ ਖੇਡੀ ਸੀ। ਮੈਂ ਸ਼ੂਟਿੰਗ ਕਰ ਰਿਹਾ ਸੀ ਅਤੇ 8 8:30 9 9:30 ਵੱਜ ਗਏ ਸੀ। ਪੈਕਅਪ ਹੋਇਆ ਤਾਂ ਬੜਾ ਸ਼ੋਰ ਮਚ ਰਿਹਾ ਸੀ ਬਾਹਰ, ਸੜਕਾਂ 'ਤੇ ਲੋਕ ਘੁੰਮ ਰਹੇ ਸੀ, ਯੁਵਰਾਜ ਜਿੰਦਾਬਾਦ ਯੁਵਰਾਜ ਜਿੰਦਾਬਾਦ। ਮੈਂ ਕਿਹਾ ਵੀ ਪਤਾ ਨਹੀਂ ਕੀ ਹੋ ਗਿਆ, ਮੈਂ ਦਿਮਾਗ 'ਚੋਂ ਨਿਕਲ ਹੀ ਗਿਆ ਵੀ ਅੱਜ ਮੈਚ ਵੀ ਹੈਗਾ। ਸੋ ਮੈਂ ਉੱਥੋਂ ਚੱਲਿਆ ਤੇ ਜੇ ਗੱਡੀ ਕੱਢੀ ਤੇ 10 ਗੱਡੀਆਂ ਅੱਗੇ ਪਿੱਛੇ ਸਾਰੇ ਲੋਕ ਸ਼ੋਰ ਮਚਾ ਰਹੇ ਸੀ। ਕੋਈ ਦੱਸ ਨਹੀਂ ਰਿਹਾ ਸੀ ਕੀ ਹੋ ਗਿਆ। ਕਰਦੇ ਕਰਦੇ ਮੈਂ ਚੰਡੀਗੜ੍ਹ ਆ ਗਿਆ। ਜਦ ਮੈਂ ਘਰ ਆਇਆ ਤਾਂ ਸਾਰੇ ਪ੍ਰੈਸ ਸਾਰੀ ਦੁਨੀਆ ਖੜੀ। ਮੈਂ ਕਿਹਾ ਵੀ ਹੋਇਆ ਕੀ ਹੈ? ਕਹਿੰਦੇ ਸਰ ਤੁਹਾਨੂੰ ਪਤਾ ਹੀ ਨਹੀਂ, ਕਮਾਲ, ਤੁਸੀਂ ਪਿਤਾ ਹੋ, ਤੁਸੀਂ ਕੋਚ ਹੋ, ਕਿਸ ਤਰ੍ਹਾਂ ਦੇ ਹੋ? ਮੈਨੂੰ ਕਿਸੇ ਪ੍ਰੈਸ ਵਾਲੇ ਨੇ ਕਿਹਾ। ਮੈਂ ਕਿਹਾ ਵੀ ਮੈਨੂੰ ਗੁਸਤਾਖੀ ਮਾਫ। ਫਿਰ ਉਹਨਾਂ ਨੂੰ ਦੱਸਿਆ ਵੀ ਯੂਵੀ ਨੇ 6 ਬਾਲਾਂ 6 ਛਿੱਕੇ ਮਾਰਦੇ। ਮੈਨੂੰ ਯਾਦ ਹੈ ਵੀ ਮੈਂ ਜਸਟ ਮੇਰੀ ਅੱਖਾਂ 'ਚ ਹੰਝੂ ਆ ਗਏ, ਅਜੇ ਵੀ ਯਾਦ ਕਰਦਾ। ਉਹ ਬੜੀ ਖੁਸ਼ੀ, ਮੈਂ ਆਈ ਵਾਜ਼ ਸ਼ੌਕਡ। ਮੈਂ ਕਿਹਾ ਨਹੀਂ ਯਾਰ ਮੈਂ ਕੁਝ ਗਲਤ ਸੁਣਿਆ। ਮੈਂ ਉੱਦਾਂ ਹੀ ਗੱਡੀ ਚੱਕੀ ਅਤੇ ਮੈਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਪੈਟਰੋਲ ਪੰਪ 'ਤੇ ਆ ਗਿਆ ਅਤੇ ਪਿੱਛੇ ਪਿੱਛੇ ਦੁਨੀਆ ਆ ਗਈ, ਪ੍ਰੈਸ ਆ ਗਈ, ਸਾਰੇ ਉੱਥੇ। ਮੈਂ ਕਿਹਾ ਸੱਚ ਹੈ? ਮਤਲਬ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਤੁਸੀਂ ਉਸ ਟਾਈਮ ਲਾਈਵ ਨਹੀਂ ਦੇਖਿਆ ਸੀਗਾ? ਨਹੀਂ, ਮੈਂ ਲਾਈਵ ਨਹੀਂ ਦੇਖਿਆ ਔਰ ਮੈਨੂੰ ਵੀ ਯਕੀਨ ਵੀ ਨਹੀਂ ਆ ਰਿਹਾ ਸੀ। ਮੈਂ ਫਿਰ ਪੰਪ 'ਤੇ ਟੈਲੀਵਿਜ਼ਨ ਲੱਗਿਆ ਸੀ, ਬਾਰ-ਬਾਰ ਉਹ ਆ ਰਹੇ ਸੀ, ਬਾਰ-ਬਾਰ ਸਿਕਸਿਸ ਆ ਰਹੇ ਸੀ। ਫਿਰ ਮੈਂ ਦੇਖੇ, ਫਿਰ ਅਸੀਂ ਕਿਸੇ ਦੇ ਘਰੇ ਚਲੇ ਗਏ ਇੱਥੇ 9 ਸੈਕਟਰ, ਅਤੇ ਮੈਨੂੰ ਯਾਦ ਹੈ ਕਿ ਸਵੇਰ ਦੇ 4 ਵੱਜ ਗਏ ਸੀਗੇ ਅਤੇ ਉਹ ਖੁਸ਼ੀ ਜਿਹੜੀ ਸੀ ਉਹ ਸਾਰੇ ਚੰਡੀਗੜ੍ਹ ਅਤੇ ਸਾਰੀ ਪ੍ਰੈਸ ਨਾਲ ਮੈਂ ਸ਼ੇਅਰ ਕੀਤੀ। ਆਈ ਥਿੰਕ ਦੈਟ ਵਾਜ਼ ਦ ਗ੍ਰੇਟੈਸਟ ਮੂਮੈਂਟ ਆਫ ਮਾਈ ਲਾਈਫ ਕਿਉਂਕਿ ਇੱਕ ਕੋਚ ਵਾਸਤੇ, ਇੱਕ ਪਿਤਾ ਵਾਸਤੇ ਬੜਾ ਔਖਾ ਹੈ। ਇੱਕ ਪਿਤਾ ਵੀ ਹੋਵੇ ਅਤੇ ਇੱਕ ਕੋਚ ਵੀ ਹੋਵੇ। ਪਿਤਾ ਅਤੇ ਕੋਚ ਹੋਵੇ ਤਾਂ ਬੜੀ ਡਿਫੀਕਲਟ ਸਿਚੁਏਸ਼ਨ ਬਣ ਜਾਂਦੀ ਹੈ। ਸੋ ਆਈ ਥਿੰਕ ਮੇਰੇ ਵਾਸਤੇ ਉਹ ਇੱਕ ਐਡਾ ਵੱਡਾ ਮਕਾਮ ਸੀਗਾ ਕਿ ਯੂਵੀ ਨੂੰ ਜਿੱਥੇ ਮੈਂ ਦੇਖਣਾ ਚਾਹੁੰਦਾ ਸੀ ਉਹਨੇ ਉਹਦਾ ਪਾਇਦਾਨ ਤੋੜ ਕੇ ਉਸ ਤੋਂ ਵੀ ਅੱਗੇ ਲੈਵਲ 'ਤੇ ਚਲਾ ਗਿਆ। ਆਈ ਥਿੰਕ ਈਵਨ ਅੱਜ ਵੀ ਮੇਰਾ ਖਿਆਲ ਰੋਜ਼ ਮੈਂ 2-4 ਵਾਰੀ ਉਹਦੇ 6 ਛਿੱਕੇ ਤਾਂ ਜ਼ਰੂਰ ਦੇਖਦਾ। ਅੱਛਾ ਯੋਗਰਾਜ ਜੀ, ਯੂਵੀ ਦੀ ਵੈਸੇ ਤਾਂ ਹਰ ਪਾਰੀ ਬੜੀ ਯਾਦਗਾਰ ਪਾਰੀ ਰਹੀ ਹੈ,
ਲੇਕਿਨ ਜਿਸ ਤਰੀਕੇ ਨਾਲ ਇਹ T20 ਵਰਲਡ ਕੱਪ ਦਾ ਮੈਚ ਸੀਗਾ, ਉਸ ਤੋਂ ਬਾਅਦ 24 ਤਰੀਕ ਨੂੰ T20 ਮੈਚ ਜਿੱਤੇ, ਵਰਲਡ ਕੱਪ ਜਿੱਤਿਆ ਅਸੀਂ 24 ਸਤੰਬਰ ਨੂੰ। ਉਸ ਤੋਂ ਬਾਅਦ ਅਸੀਂ ਵਰਲਡ ਕੱਪ ਵੀ ਜਿੱਤਿਆ 2011 ਦਾ, ਫਿਰ ਉਹ ਕੈਂਸਰ ਤੋਂ ਜਿੱਤ ਕੇ ਆਇਆ। ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ, ਇਹਦੇ ਸਭ ਤੋਂ ਬੈਸਟ ਮੂਮੈਂਟ ਕਿਹੜਾ ਤੁਹਾਨੂੰ ਲੱਗਿਆ? ਕਹਿੰਦੇ ਨੇ ਮਾਂ ਨੂੰ ਨਾ ਸਾਰੇ ਬੱਚੇ ਬੜੇ ਪਿਆਰੇ ਹੁੰਦੇ ਆ, ਔਰ ਮੈਂ ਇੱਕ ਯੂਵੀ ਦੀ ਮਾਂ ਵੀ ਰਿਹਾ ਤੇ ਉਹਦਾ ਪਿਤਾ ਵੀ ਰਿਹਾ। ਉਹ ਇੱਕ ਐਸਾ ਮੇਰਾ ਲਵ ਚਾਈਲਡ ਰਿਹਾ ਜਿਹਦੇ ਵਿੱਚੋਂ ਮੈਂ ਬਹੁਤ ਦੁਨੀਆ ਨੂੰ ਦੇਖਿਆ ਹੈ। ਸੋ ਆਈ ਥਿੰਕ ਜਿੰਨੀਆਂ ਵੀ ਉਹਦੀਆਂ ਵਾਰੀਆਂ ਨੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਇੱਕ ਬੰਦੇ ਨੂੰ ਨਸ਼ਾ ਆ ਜਾਂਦਾ ਹੈ। ਮੈਂ ਹਮੇਸ਼ਾ ਕਹਿੰਦਾ ਸੀ ਕਿ ਜਦ ਯੂਵੀ ਖੇਡਦਾ ਜਾਂ ਸਰ ਗਾਰਫੀਲਡ ਸੋਬਰਸ ਖੇਡਦੇ ਆ ਜਾਂ ਵਿਵ ਰਿਚਰਡਸ ਖੇਡਦੇ ਆ, ਇਹ ਲੋਕ ਇੱਕ ਪੋਇਟਰੀ ਖੁਦਾ ਨੇ ਲਿਖੀ ਹੈ, ਇੱਕ ਕਵਿਤਾ ਲਿਖੀ ਹੈ। ਜੇ ਤੁਸੀਂ ਯੂਵੀ ਨੂੰ ਖੇਡਦੇ ਨੂੰ ਦੇਖੋ ਤਾਂ ਉਹਦੇ ਫਲੋ ਦੇ ਵਿੱਚ ਇੱਦਾਂ ਲੱਗਦਾ ਹੈ ਕਿ ਖੁਦਾ ਆਪ ਖੇਡ ਰਿਹਾ ਔਰ ਕੁਝ ਕਵਿਤਾ ਜਿਹੜੀ ਹੈ ਉਹ ਸੁਣਾ ਰਿਹਾ ਲੋਕਾਂ ਨੂੰ ਵੀ ਮੈਂ ਕੁਝ ਲੋਕ ਇਸ ਤਰ੍ਹਾਂ ਦੇ ਵੀ ਪੈਦਾ ਕੀਤੇ ਆ। ਸੋ ਆਈ ਥਿੰਕ ਯੂਵੀ ਦੀਆਂ ਜਿੰਨੀਆਂ ਵੀ ਇਨਿੰਗਸ ਨੇ, ਬਹੁਤ ਸਾਰੀਆਂ ਇਨਿੰਗਸ ਇਹੋ ਜਿਹੀਆਂ ਨੇ ਜਿੱਥੇ 95% ਇਨਿੰਗਸ ਇਹੋ ਜਿਹੀਆਂ ਨੇ ਜਿੱਥੇ ਇੰਡੀਆ 24 for 4 ਹੈ, 34 for 5 ਹੈ, 70 for 6 ਹੈ, ਤੇ ਉਹ ਕੱਲਾ ਆਇਆ ਤੇ ਉਹਨੇ ਉਸ ਤੋਂ ਬਾਅਦ ਜਿਹੜਾ ਹੈ ਮੈਚ ਜਿਤਾ ਕੇ ਹਿੰਦੁਸਤਾਨ ਦੀ ਝੋਲੀ 'ਚ ਪਾਤਾ। ਸੋ ਆਈ ਥਿੰਕ ਆਲਵੇਜ਼ ਵਨ ਆਫ ਦ ਗ੍ਰੇਟੈਸਟ ਵਿਨਰਸ ਮੈਂ ਕਹੂੰਗਾ ਯੂਵੀ ਹੋਇਆ। ਸਾਰੀਆਂ ਬਾਰੀਆਂ ਪਸੰਦ ਨੇ, ਪਰ ਮੈਨੂੰ ਉਦੋਂ ਬੜਾ ਵੱਟ ਚੜ੍ਹਦਾ ਹੁੰਦਾ ਅੱਜ ਵੀ ਜਦ ਮੈਂ ਉਹ ਬਾਰੀ ਨੂੰ ਦੇਖਦਾ, ਕੋਈ ਵੀ ਜਦ ਉਹ ਸ਼ਾਟ ਮਾਰ ਕੇ ਆਊਟ ਹੁੰਦਾ, ਖੈਰ ਬੰਦੇ ਆਊਟ ਹੁੰਦੇ ਹੀ ਹੈ, ਦੈਟਸ ਨਾਟ ਦ ਕੇਸ, ਪਰ ਮੈਂ ਸ਼ਾਇਦ ਬਹੁਤ ਜ਼ਿਆਦਾ ਪੋਜ਼ੈਸਿਵ ਐਜ਼ ਅ ਫਾਦਰ ਐਜ਼ ਅ ਕੋਚ ਕਿ ਯੂਵੀ ਇੱਕ ਐਸਾ ਪਲੇਅਰ ਹੈ ਕਿ ਜਦੋਂ ਬੈਟਿੰਗ ਕਰੇ ਤਾਂ ਦਿਲ ਕਰਦਾ ਦੇਖੀ ਜਾਓ ਦੇਖੀ ਜਾਓ ਦੇਖੀ ਜਾਓ। ਮੈਂ ਨਹੀਂ ਕਹਿ ਰਿਹਾ, ਸਾਰੀ ਦੁਨੀਆ ਕਹਿੰਦੀ ਹੈ। ਅੱਛਾ ਯੋਗਰਾਜ ਜੀ, ਕੁਝ ਮਲਾਲ ਵੀ ਹੈਗਾ ਯੁਵਰਾਜ ਦੀ ਬੈਟਿੰਗ ਤੋਂ? ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਇੱਕ ਬੈਟਿੰਗ ਜਦੋਂ ਆਊਟ ਹੋਇਆ, ਕੁਝ ਮਲਾਲ ਵੀ ਕਦੀ ਹੋਇਆ ਇਸ ਤਰ੍ਹਾਂ? ਐਕਚੁਅਲੀ ਨਾ ਕਹਿੰਦੇ ਬੰਦੇ ਦੀ ਭੁੱਖ ਨਹੀਂ ਮਿਟਦੀ, ਕਿਸੇ ਦੀ ਪੈਸੇ ਨਾ ਤੋਂ ਭੁੱਖ ਨਹੀਂ ਮਿਟਦੀ, ਕਿਸੇ ਦੀ ਸ਼ੋਹਰਤ ਤੋਂ ਭੁੱਖ ਨਹੀਂ ਮਿਟਦੀ। ਐਜ਼ ਅ ਕੋਚ ਮੈਂ ਹਮੇਸ਼ਾ ਯੂਵੀ ਵੀ ਦੂਜੇ ਵੀ ਮੇਰੇ ਜਿੰਨੇ ਪਲੇਅਰ ਰਹੇ ਨੇ ਗਲਤ ਸ਼ਾਟ ਮਾਰ ਕੇ ਆਊਟ ਹੁੰਦੇ ਸੀ, ਮੈਨੂੰ ਤਕਲੀਫ ਬਹੁਤ ਹੁੰਦੀ ਹੈ। ਤਕਲੀਫ ਇਸ ਕਰਕੇ ਹੁੰਦੀ ਹੈ ਵੀ ਇਹਨੇ 100 ਕਿਉਂ ਨਹੀਂ ਕੀਤਾ, 150 ਕਿਉਂ ਨਹੀਂ ਕੀਤਾ, 200 ਕਿਉਂ ਨਹੀਂ ਕੀਤਾ, 250, 300, 350, 400, 450, 500 ਬ੍ਰੇਨ ਲਾਰਾ, ਠੀਕ ਹੈ। ਔਰ ਉਹ ਕਰ ਸਕਦੇ ਸੀ ਤੇ ਉਹ ਕਦੇ ਕਦੇ ਮੈਨੂੰ ਬੜਾ ਗੁੱਸਾ ਚੜ੍ਹਦਾ ਸੀ ਔਰ ਮੈਂ ਉਹਨੂੰ ਗੁੱਸੇ ਨੂੰ ਪੀ ਜਾਂਦਾ ਸੀ। ਫਿਰ ਮੈਂ ਸੋਚਦਾ ਸੀ ਵੀ ਯੋਗਰਾਜ ਸਿੰਘ ਤੈਨੂੰ ਕੀ ਚਾਹੀਦਾ? ਆਫਟਰ ਆਲ ਜਿਸ ਫਲੋ 'ਚੋਂ ਖੇਡਦਾ ਹੈ, ਕਿਤੇ ਨਾ ਕਿਤੇ ਤੋਂ ਉਹਨੇ ਜਾ ਕੇ ਆਊਟ ਹੋਣਾ ਹੀ ਹੈ। ਆਈ ਮੀਨ ਆਪਾਂ ਜਿਹਨੂੰ ਕਹੀਏ ਵੀ ਤੂੰ ਕੁਛ 90% ਬੈਟਸਮੈਨ ਇਹੋ ਜਿਹੇ ਰਹੇ ਜਿਹੜੇ ਸਿਰਫ ਆਪਣੇ ਵਾਸਤੇ ਹੀ ਖੇਡਦੇ ਰਹੇ ਹੈ ਕਿ ਮੇਰਾ 100, ਮੇਰਾ 200, ਮੇਰਾ 250, ਨੋ ਪ੍ਰੋਬਲਮ। ਉਹ ਯੂਵੀ ਨਾਲ ਮੇਰੀ ਕਈ ਵਾਰੀ ਗੱਲ ਵੀ ਸੀ, ਉਹ ਕਹਿੰਦਾ ਪਾਪਾ ਮੈਂ ਨਾ ਟੀਮ ਲਈ ਖੇਡਦਾ, ਮੈਂ ਜਿਸ ਨੰਬਰ 'ਤੇ ਬੈਟਿੰਗ ਕਰ ਰਿਹਾ ਮੈਨੂੰ ਮੇਰੇ ਜਿਹੜੇ ਕੋਚ ਹੈਗੇ ਆ ਜਾਂ ਜਿਹੜੇ ਮੇਰੇ ਮੈਨੇਜਮੈਂਟ ਹੈਗੇ ਆ, ਜਿਵੇਂ ਗੈਰੀ ਕਸਟਨ ਸੀ, ਤੇ ਮੈਂ ਉਹਨੂੰ ਹਮੇਸ਼ਾ ਜਾ ਕੇ ਪੁੱਛਦਾ ਸੀ ਯਾਰ ਮੇਰੇ ਫਾਦਰ ਹਮੇਸ਼ਾ ਕੰਪਲੇਨ ਕਰਦੇ ਮੇਰਾ 100 ਕਿਉਂ ਨਹੀਂ ਹੁੰਦਾ, 150 ਕਿਉਂ ਨਹੀਂ ਹੁੰਦਾ, 200 ਕਿਉਂ ਨਹੀਂ ਹੁੰਦਾ। ਉਹ ਕਹਿੰਦਾ ਤੇਰਾ ਜਿਹੜਾ ਕੰਮ ਹੈ ਟੀਮ ਦੇ ਵਿੱਚ ਉਹ ਇਹ ਕੰਮ ਹੈ ਕਿ ਯੂ ਆਰ ਏ ਮੈਚ ਵਿਨਰ। ਜਦ ਤੇਰੀ ਵਾਰੀ ਆਏਗੀ ਤੂੰ ਮੈਚ ਜਿਤਾ ਕੇ ਇੰਡੀਆ ਨੂੰ ਦੇਂਗਾ, ਡੋਂਟ ਥਿੰਕ ਅਬਾਊਟ ਗੈਟਿੰਗ 100। ਮੇਰੀ ਵੀ ਇਹ ਗੱਲ ਸਮਝ ਆਈ। ਮੇਬੀ ਯੁਵਰਾਜ ਸਿੰਘ ਓਪਨ ਕਰਦਾ, ਨੰਬਰ 3 ਖੇਲਦਾ, ਥਿੰਗਸ ਵੁੱਡ ਹੈਵ ਬੀਨ ਡਿਫਰੈਂਟ ਮੇਰੇ ਹਿਸਾਬ ਨਾਲ, ਕਿਉਂਕਿ ਸਚਿਨ ਨੇ ਜਦ ਓਪਨ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਦੇਖੋ ਉਹਨੇ ਕਿੰਨੇ ਰਨ ਕੀਤੇ। ਜੇ ਸਚਿਨ ਓਪਨ ਨਾ ਕਰਦਾ ਸ਼ਾਇਦ ਇੰਨੇ 100 ਜਾਂ ਇੰਨੇ ਰਨਸ ਨਹੀਂ ਸੀ ਹੋਣੇ। ਸੋ ਆਈ ਆਲਵੇਜ਼ ਵਾਂਟਡ ਯੂਵੀ ਟੂ ਓਪਨ ਦੀ ਇਨਿੰਗਸ ਜਾਂ ਨੰਬਰ 3, ਪਰ ਫਿਰ ਵੀ ਮੈਨੂੰ ਹਮੇਸ਼ਾ ਲੱਗਿਆ ਕਿ ਯੂਵੀ ਦੇ 100 ਕਿਉਂ ਨਹੀਂ ਹੈ, ਯੂਵੀ ਦੇ 200 ਕਿਉਂ ਨਹੀਂ ਹੈ, ਯੂਵੀ ਦੇ 300 ਕਿਉਂ ਨਹੀਂ ਹੈ। ਮੈਨੂੰ ਯਾਦ ਹੈ ਇੱਕ ਵਾਰੀ ਜਦ ਬਿਹਾਰ ਨਾਲ ਤਾਂ ਮੈਚ ਸੀ ਤੇ ਖੇਡਣ ਗਿਆ ਸੀ ਤੇ ਮੈਂ ਸ਼ਾਮ ਨੂੰ ਫੋਨ ਕੀਤਾ, ਇਹਦਾ ਫੋਨ ਆਇਆ, ਕਹਿੰਦਾ ਪਾਪਾ ਅੱਜ ਮੈਂ 365 ਰਨ ਕੀਤੇ। ਮੈਂ ਕਿਹਾ ਅੱਛਾ, ਤੇ ਕਹਿੰਦਾ ਤੁਸੀਂ ਹੁਣ ਕੁਝ ਕਹੋ ਨਾ, ਦੂਜੀ ਟੀਮ ਦੇ 365 ਹੀ ਹੈ ਤੇ ਉਹਨਾਂ ਦਾ ਧੋਨੀ ਕਪਤਾਨ ਹੈ। ਮੈਂ ਕਿਹਾ ਵੈਰੀ ਗੁੱਡ। ਤੇ ਮੈਂ ਕਿਹਾ ਫਿਰ 400 ਕਿਉਂ ਨਹੀਂ ਕੀਤਾ? ਤਾਂ ਮੈਨੂੰ ਕਹਿੰਦਾ ਬੱਚੇ ਕੀ ਜਾਨ ਲੋਗੇ ਕਿਆ, ਤੁਸੀਂ ਕਦੇ ਸੈਟਿਸਫਾਈ ਹੋਵੋਗੇ? ਮੈਂ ਕਿਹਾ ਜਿੱਦਨ ਸੈਟਿਸਫਾਈਡ ਹੋ ਗਿਆ ਨਾ ਮੈਂ ਜਾਂ ਤੂੰ ਵੀ ਹੋ ਗਿਆ, ਮੈਂ ਕਿਹਾ ਉਦੋਂ ਕ੍ਰਿਕਟ ਤੇ ਆਪਣੀ ਕੋਚਿੰਗ ਬੰਦ ਹੋ ਜਾਏਗੀ। ਸੋ ਆਈ ਥਿੰਕ ਉਹ ਜਿਹੜੀ ਭੁੱਖ ਹੈ ਥੋੜੀ ਜਿਹੀ ਰਹਿਣੀ ਚਾਹੀਦੀ ਹੈ, ਮੋਰ ਐਂਡ ਮੋਰ ਐਂਡ ਮੋਰ। ਅੱਛਾ, ਅੱਜ ਤੋਂ IPL ਸ਼ੁਰੂ ਹੋ ਰਿਹਾ ਹੈ, ਹਾਲਾਂਕਿ ਯੁਵਰਾਜ ਉਹਦਾ ਹਿੱਸਾ ਨਹੀਂ ਹੈ IPL ਦਾ। ਦੁੱਖ ਹੈ ਇਸ ਗੱਲ ਦਾ, ਬਹੁਤ ਦੁੱਖ ਹੈ। ਔਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਯੂਵੀ ਦੇ 2 ਵਰਲਡ ਕੱਪ ਜਿਹੜੇ ਨੇ ਮਿਸ ਹੋਏ। ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਔਰ IPL ਮਿਸ ਹੋਇਆ। ਮੇਰੇ ਹਿਸਾਬ ਨਾਲ ਅੱਜ ਤੱਕ ਖੇਡਣਾ ਚਾਹੀਦਾ ਸੀ। ਔਰ ਯੂ ਨੈਵਰ ਨੋ ਰੱਬ ਨੇ ਕੀ ਤੁਹਾਡੇ ਵਾਸਤੇ ਰੱਖਿਆ, ਜੇ ਉਹਦੀ ਚਾਹਨਾ ਹੈਗੀ ਹੈ ਕਮ ਬੈਕ ਕਰ ਰਿਹਾ ਤੇ ਉਹ ਖੇਡਣਾ ਚਾਹੁੰਦਾ ਤੇ ਯੂ ਨੈਵਰ ਨੋ। ਪਰ ਮੈਂ ਸਮਝਦਾ ਸੀ ਕਿ ਯੂਵੀ ਨੂੰ 2 ਵਰਲਡ ਕੱਪ ਖਿਡਾਉਣੇ ਚਾਹੀਦੇ ਸੀ ਆਫਟਰ 2011। ਔਰ IPL ਜਿਹੜਾ ਇਹ ਚੱਲ ਰਿਹਾ ਹੈ, ਓਬਵੀਅਸਲੀ ਮੈਂ ਬਹੁਤ ਸਾਰੇ ਲੋਕਾਂ ਤੋਂ ਇਹ ਸੁਣਿਆ, ਮੈਂ ਆਪਣੀ ਪਰਸਨਲ ਮੇਰੀ ਰਾਏ ਹੈ, ਯੂਵੀ ਨਹੀਂ ਹੈ ਤਾਂ ਕ੍ਰਿਕਟ ਦੇਖਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਐਸਾ ਕੋਈ ਪਲੇਅਰ ਉੱਥੇ ਲੱਗਦਾ ਨਹੀਂ ਜਿਹੜਾ ਉਸ ਕਲਾਸ ਜਾਂ ਉਸ ਤਰੀਕੇ ਦੀ ਕ੍ਰਿਕਟ ਖੇਲਦਾ ਹੋਵੇ। ਬੇਸ਼ੱਕ ਉਹ ਫੀਲਡਿੰਗ ਕਰ ਰਿਹਾ ਜਾਂ ਗੇਂਦ ਕਰ ਰਿਹਾ ਜਾਂ ਬੈਟਿੰਗ ਕਰ ਰਿਹਾ, ਯੂਵੀ ਵਾਸ ਕਲਾਸ ਅਪਾਰਟ। ਇਸੇ ਕਰਕੇ ਅੱਜ ਮੈਂ ਕੇਕ ਤੇ ਲਿਖਾਇਆ ਚੈਂਪੀਅਨ ਆਫ ਚੈਂਪੀਅਨਸ, ਦ ਗ੍ਰੇਟੈਸਟ ਯੁਵਰਾਜ ਸਿੰਘ। ਅੱਛਾ ਯੋਗਰਾਜ ਜੀ,
ਤੁਸੀਂ ਹਮੇਸ਼ਾ ਗੱਲ ਕਰਦੇ ਹੋ ਮਹਿੰਦਰ ਸਿੰਘ ਧੋਨੀ ਬਾਰੇ ਵੀ। ਅੱਜ ਧੋਨੀ ਦਾ ਮੈਚ ਹੈਗਾ ਤੇ ਸ਼ੁਰੂਆਤ ਹੋ ਰਹੀ ਹੈ, ਰਿਟਾਇਰਮੈਂਟ ਤੋਂ ਬਾਅਦ ਪਹਿਲਾ ਮੈਚ ਹੈਗਾ, ਕੀ ਕਹਿਣਾ ਚਾਹੋਗੇ? ਮੇਰਾ ਕੋਈ ਪਰਸਨਲ ਗਰਜ ਨਹੀਂ, ਮੇਰਾ ਬੱਚਾ ਹੈ, ਜਿਹੋ ਜਿਹਾ ਯੂਵੀ ਇਹੋ ਜਿਹਾ ਉਹ ਹੈ। ਦੁੱਖ ਮੈਨੂੰ ਸਿਰਫ ਇਸ ਗੱਲ ਦਾ ਰਹਿ ਜਾਏਗਾ ਆਪਣੀ ਲਾਈਫ ਦੇ ਵਿੱਚ ਕਿ ਪਰਿਵਾਰਕ ਰੂਪ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਯੂ ਵੋਂਟ ਬਿਲੀਵ, ਮੈਂ ਧੋਨੀ ਦਾ ਆਮ ਦਾ ਗ੍ਰੇਟੈਸਟ ਫੈਨ। ਮਤਲਬ ਜਿਸ ਤਰ੍ਹਾਂ ਦੀ ਉਹ ਬੈਟਿੰਗ, ਕਪਤਾਨੀ, ਜਿਸ ਤਰ੍ਹਾਂ ਦੀ ਉਹਦੀ ਚਾਲ ਚੱਲਣ, ਜਿਸ ਤਰ੍ਹਾਂ ਦਾ ਵੇ ਆਫ ਵਾਕਿੰਗ ਹੈ, ਬੜਾ ਗ੍ਰੇਟ ਹੈ। ਔਰ ਮੈਂ ਕਸਮ ਨਾਲ ਰੱਬ ਜਾਣਦਾ ਕਿ ਉਹਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਮੈਂ ਯੂਵੀ ਨੂੰ ਕਰਦਾ, ਇਹ ਸਾਰੇ ਕ੍ਰਿਕਟਰਸ ਨੂੰ ਕਰਦਾ। ਸਚਿਨ ਮੇਰੇ ਬਹੁਤ ਕਲੋਜ਼ ਹੈ, ਵਿਰੇਂਦਰ ਸਹਿਵਾਗ ਮੇਰੇ ਬਹੁਤ ਕਲੋਜ਼ ਹੈ, ਐਵਰੀਬਡੀ ਇਜ਼ ਵੈਰੀ ਕਲੋਜ਼ ਟੂ ਮੀ। ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਮੇਰਾ ਜਿਹੜਾ ਇੰਤਹਾ ਪਿਆਰ ਹੈ, ਮੇਰਾ ਦਿਲ ਜਾਣਦਾ, ਇਹਨੂੰ ਕੋਈ ਫਰੋਲ ਕੇ ਦੇਖੇ ਤਾਂ ਹਨੂੰਮਾਨ ਜੀ ਦੀ ਤਰ੍ਹਾਂ, ਕਿ ਮੇਰੇ ਦਿਲ ਦੇ ਵਿੱਚ ਕ੍ਰਿਕਟਰਸ ਕਿੰਨੇ ਕਲੋਜ਼ ਰਹਿੰਦੇ, ਜਿਹਦੇ ਵਿੱਚ ਮਹਿੰਦਰ ਸਿੰਘ ਧੋਨੀ ਵੀ ਹੈਗਾ। ਆਈ ਹੈਵ ਆਲਵੇਜ਼ ਲਵਡ ਹਿਮ ਐਂਡ ਆਈ ਵਿਲ ਆਲਵੇਜ਼ ਲਵ ਹਿਮ ਐਂਡ ਆਲਵੇਜ਼ ਵਿਸ਼ ਹਿਮ ਆਲ ਦ ਬੈਸਟ ਇਨ ਲਾਈਫ। ਮੈਂ ਕਦੇ ਜ਼ਿੰਦਗੀ 'ਚ ਕਿਸੇ ਨੂੰ, ਹਾਂ ਮੈਂ ਸੱਚ ਜ਼ਰੂਰ ਕਹਿ ਦਿੰਦਾ, ਸ਼ਾਇਦ ਕਿਸੇ ਨੂੰ ਨਾ ਚੰਗਾ ਲੱਗਦਾ ਹੋਵੇ, ਮੇਰੀ ਗੱਲ ਸ਼ਾਇਦ ਕਿਸੇ ਨੂੰ ਬੁਰੀ ਲੱਗੀ ਹੋਵੇ, ਪਰ ਉਹਦੇ ਵਿੱਚ ਸੱਚਾਈ ਹੈ। ਔਰ ਸੱਚਾਈ ਕਹਿਣਾ ਤੇ ਸੱਚਾਈ ਐਕਸੈਪਟ ਕਰਨਾ। ਜੇ ਮੈਨੂੰ ਕੋਈ ਕਹੇ ਯੋਗਰਾਜ ਸਿੰਘ ਤੇਰੇ 'ਚ ਫਾਲਟ ਹੈ, ਜਾਂ ਤੁਸੀਂ ਮੈਨੂੰ ਪ੍ਰੈਸ ਵਾਲੇ ਕਹੋ ਵੀ ਲਿਖ ਦਿਓ ਵੀ ਯਾਰ ਯੋਗਰਾਜ ਸਿੰਘ ਇੱਥੇ ਗਲਤ ਹੈ, ਤਾਂ ਮੈਂ ਐਕਸੈਪਟ ਕਰੂੰਗਾ ਕਿ ਹਾਂ ਯਾਰ ਮੈਂ ਗਲਤ ਹਾਂ, ਮੈਂ ਆਪਣੇ ਨੂੰ ਠੀਕ ਕਰੂੰਗਾ, ਮੈਂ ਉਸ ਨੂੰ ਬੰਦਾ ਸਮਝਦਾ। ਬਾਕੀ ਮੇਰਾ ਕਿਸੇ ਨਾਲ ਕੋਈ ਗਰਜ ਨਹੀਂ। ਅੱਛਾ ਯੋਗਰਾਜ ਜੀ, ਅੱਜ ਕੱਲ੍ਹ ਇੱਕ ਇਸ਼ੂ ਚੱਲ ਰਿਹਾ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲੈ ਕੇ, ਜਿਹੜੇ ਹਲੇ ਪ੍ਰਧਾਨ ਹੈਗੇ ਹੈ, ਉਸ ਬਾਰੇ ਤੁਹਾਡਾ ਕੀ ਕਹਿਣਾ? ਮੈਂ ਸਰ ਤੁਹਾਨੂੰ ਕਿਸ ਤਰ੍ਹਾਂ ਬਿਆਨ ਕਰਾਂ ਔਰ ਕਿਸ ਤਰੀਕੇ ਨਾਲ ਬਿਆਨ ਕਰਾਂ? ਮੈਂ ਕਈ ਵਾਰੀ ਰੱਬ ਨੂੰ ਕਹਿੰਦਾ ਯਾਰ ਮੈਨੂੰ ਵੀ ਇਹੋ ਜਿਹੇ ਬਣਾ ਦੇਣਾ ਸੀ, ਝੂਠਾ, ਦਿਲ 'ਚ ਕੁਛ, ਦਿਮਾਗ 'ਚ ਕੁਛ, ਇਹ ਮੈਨੂੰ ਤੂੰ ਇੱਦਾਂ ਕਿਉਂ ਪੈਦਾ ਕੀਤਾ? ਮੇਰੀ ਮਾਂ ਕਹਿੰਦੀ ਸੀ ਤੈਨੂੰ ਰਾੜੇ ਵਾਲੇ ਸੰਤਾਂ ਨੇ ਬਖਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਸੀ ਭਾਈ ਸੱਚ ਬੋਲਿਆ ਕਰੂਗਾ, ਬੁਲੰਦ ਆਵਾਜ਼ 'ਚ ਬੋਲਿਆ ਕਰੂਗਾ। ਰਾੜੇ ਵਾਲੇ ਸੰਤ ਈਸਰ ਸਿੰਘ ਜੀ, ਉਹਨਾਂ ਦੀ ਬਖਸ਼ਿਸ਼ ਨਾਲ ਮੈਂ ਆਪਣੇ ਬਜ਼ੁਰਗ ਮਾਂ ਬਾਪ ਦੇ ਘਰੇ ਪੈਦਾ ਹੋਇਆ। ਉਹਨਾਂ ਨੇ ਪਹਿਲਾ ਸਵਾਲ ਮੇਰੀ ਮਾਂ ਨੂੰ ਇਹ ਕੀਤਾ ਸੀ ਕਿ ਉਹ ਮੂੰਹ 'ਚੋਂ ਅੱਗ ਕੱਢੂਗਾ, ਅੱਗ ਸੱਚਾਈ ਨੂੰ ਕਹਿੰਦੇ ਹੈ, ਔਰ ਸੱਚ ਸੁਣਨਾ ਉਹ ਔਖਾ ਹੋ ਜਾਊਗਾ ਕਿਉਂਕਿ ਉਹ ਬਾਬਾ ਦੀਪ ਸਿੰਘ ਜੀ ਦਾ ਲਾਡਲਾ ਹੈ। ਇਹ ਕਹਿ ਕੇ ਜੀ ਮੇਰਾ ਜਨਮ ਹੋਇਆ। ਮੈਂ ਅੱਜ ਵੀ ਸੋਚਦਾ ਮੈਂ ਇਸ ਤਰ੍ਹਾਂ ਕਿਉਂ ਕਰਦਾ, ਮੈਨੂੰ ਕੀ ਲੈਣਾ ਮੈਂ? ਲੇਕਿਨ ਜਿੱਥੇ ਬਹੁਤ ਨਜਾਇਜ਼ ਹੁੰਦੀ ਹੈ, ਰਜਿੰਦਰ ਗੁਪਤੇ ਵਰਗੇ ਬੰਦੇ ਸਰ, ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਜੀ ਮੈਂ ਤਾਂ ਪੰਜਾਬ ਦੀ ਸਾਰੀ ਗਵਰਨਮੈਂਟ ਮੇਰੀ ਜੇਬ 'ਚ ਹੈ, ਮੈਂ ਤਾਂ ਸੀਐਮ ਸਾਹਿਬ ਦਾ ਮੈਨੂੰ ਥਾਪੜਾ, ਮੈਂ ਜੋ ਮਰਜ਼ੀ ਕਰ ਲਾਂ। ਮੈਂ ਇਸ ਆਦਮੀ ਨੂੰ ਪੁੱਛਣਾ ਚਾਹੁੰਦਾ, ਪਹਿਲੀ ਗੱਲ ਤਾਂ ਇਹ ਪ੍ਰੈਜ਼ੀਡੈਂਟ ਮੇਰੇ ਵੱਲੋਂ ਰਵੇ, ਨੋ ਪ੍ਰੋਬਲਮ, ਭਾਵੇਂ 10 ਨੌਕਰੀਆਂ ਕਰ ਦੇਵੇ, ਮੈਂ ਦੀ ਕੋਈ ਗੱਲ ਨਹੀਂ ਕਰਦਾ, ਤੂੰ ਰਲ ਕੇ ਚੱਲ। ਪੁਨੀਤ ਬਾਲੀ ਸੈਕਟਰੀ ਬਣਿਆ। ਹੁਣ ਮੇਰੀ ਗੱਲ ਧਿਆਨ ਨਾਲ ਸੁਣਨਾ ਜੇ ਮੈਂ ਕੀ ਕਹਿਣਾ। ਤੁਹਾਨੂੰ ਯਾਦ ਹੋਊਗਾ ਭੁਪਿੰਦਰ ਸਿੰਘ ਸੀਨੀਅਰ, ਰਕੇਸ਼ ਹਾਂਡਾ ਤੇ ਇਹ ਰਜਿੰਦਰ ਗੁਪਤਾ ਪੁਲਿਸ ਲੈ ਕੇ ਪੀਸੀਏ 'ਚ ਆਏ ਸੀ, ਤੁਸੀਂ ਹਾਜ਼ਰ ਨਾਜ਼ਰ ਹੋ ਸਾਰੇ। ਇਹਨੇ ਉੱਥੇ ਕਿੰਨੀਆਂ ਗਾਲਾਂ ਪਾਂਡਵ ਸਾਹਿਬ ਨੂੰ ਕੱਢੀਆਂ, ਕਿੰਨੀਆਂ ਗਾਲਾਂ ਬਿੰਦਰਾ ਸਾਹਿਬ ਨੂੰ ਕੱਢੀਆਂ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਮੈਂ ਉਦੋਂ ਦੁਬਈ ਗਿਆ ਉੱਥੇ ਟੀਮ ਲੈ ਕੇ, ਮੈਂ ਪੀਸੀਏ 'ਚ ਖੜਾ ਹੁੰਦਾ ਨਾ ਤੇ ਐਡੀ ਗੱਲ ਇਹ ਕਰ ਜਾਂਦਾ ਪਾਂਡਵ ਸਾਹਿਬ ਦੇ ਖਿਲਾਫ ਜਾਂ ਪੀਸੀਏ ਦੇ ਖਿਲਾਫ, ਤੇ ਮੈਂ ਜਾਂ ਇਹ ਨਹੀਂ ਸੀ ਤਾਂ ਜਾਂ ਮੈਂ ਨਹੀਂ ਸੀ। ਲੇਕਿਨ ਸਭ ਇੱਥੇ ਮੈਂ ਸਮਝਦਾ ਕਿ ਨਮਰਦ ਬੰਦੇ ਇਕੱਠੇ ਹੋਏ ਆ। ਉਸ ਤੋਂ ਬਾਅਦ ਪਾਂਡਵ ਸਾਹਿਬ ਨੇ ਇਹਨੂੰ ਰਿਕੁਐਸਟ ਕੀਤੀ ਪੁਨੀਤ ਬਾਲੀ ਨੂੰ ਕਿ ਬੇਟਾ ਸਾਡੀ ਇੱਜ਼ਤ ਸਾਰਾ ਕੁਝ ਹੋ ਜਾਊਗਾ, ਸਾਰਾ ਕੁਝ ਲੈ ਜਾਣਗੇ ਤੇ ਤੂੰ ਪੀਸੀਏ ਨੂੰ ਬਚਾ। ਇਹ ਪਾਂਡਵ ਸਾਹਿਬ ਨੂੰ ਪੁੱਛ ਲਓ ਜਾ ਕੇ ਜੀ। ਪੁਨੀਤ ਨੇ ਕਿਹਾ ਠੀਕ ਹੈ ਅੰਕਲ। ਪੁਨੀਤ ਜਾ ਕੇ ਸਟੇ ਆਰਡਰ ਲੈ ਕੇ ਆਇਆ, ਇਹ ਵੀ ਤੁਹਾਨੂੰ ਪਤਾ ਹੈ। ਪੁਨੀਤ ਨੂੰ ਇਹਨਾਂ ਨੇ ਸੈਕਟਰੀ ਨਿਯੁਕਤ ਕਰਤਾ, ਵੀ ਠੀਕ ਹੈ। ਪੁਨੀਤ ਬਾਲੀ ਜਿਸ ਦਿਨ ਦਾ ਬਣਿਆ ਆਨਰ ਸੈਕਟਰੀ, ਕਿੰਨੇ ਕੰਮ ਕੀਤੇ। ਮੁੱਲਾਪੁਰ ਦਾ ਕੰਮ ਚੱਲ ਰਿਹਾ, ਬੱਚਿਆਂ ਦੀ ਰੀਹੈਬ ਹੋ ਰਹੀ ਹੈ, ਐਗਰੀਮੈਂਟਸ ਬਣ ਰਹੇ ਨੇ, ਪੀਸੀਏ ਨੂੰ ਅਕੈਡਮੀ ਬਣਾ ਰਿਹਾ, ਸਭ ਕੁਝ ਕਰ ਰਿਹਾ। ਇਸ ਬੰਦੇ ਨੂੰ ਕਰਦੇ ਭੁਪਿੰਦਰ ਸਿੰਘ ਸੀਨੀਅਰ, ਇਹ ਜਿਹੜਾ ਗੱਦਾਰ ਆਦਮੀ ਹੈ, ਇਸ ਬੰਦੇ ਨੂੰ ਤਾਂ ਪੀਸੀਏ ਦੀ ਗਰਾਊਂਡ ਦੇ ਵਿੱਚ ਪਾਂਡਵ ਸਾਹਿਬ ਨੂੰ ਇਹਨੂੰ ਬੈਲਟਾਂ ਨਾਲ ਕੁੱਟਣਾ ਚਾਹੀਦਾ। ਗੱਦਾਰ ਆਦਮੀ, ਪਿੱਠ ਛੁਰਾ ਮਾਰਿਆ ਪੀਸੀਏ ਦੇ ਇਹਨਾਂ ਨੇ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਸਾਰੇ ਕੰਮ ਬੰਦ ਕਰਾਤੇ। ਸੈਕਟਰੀ ਕੌਣ ਹੋਤਾ ਹੈ ਇਹ ਕਰਨੇ ਵਾਲਾ? ਯੂਵੀ ਨੂੰ ਅਸੀਂ ਰਿਕੁਐਸਟ ਕੀਤੀ ਪੁਨੀਤ ਬਾਲੀ ਨੇ ਕਿ ਬੇਟਾ ਤੂੰ ਆ ਕੇ ਕੈਂਪ ਲੈ। ਇਹ ਜੀ ਕੈਂਪ ਲੈਣਾ ਸ਼ੁਰੂ ਕੀਤਾ। ਉਹ ਬੱਚੇ ਜਿਨ੍ਹਾਂ ਨੇ ਆਈਪੀਐਲ ਖੇਡਣ ਜਾਣਾ ਸੀ, ਸ਼ੁਭਮ ਗਿੱਲ ਵਗੈਰਾ, ਤੇ ਨਾਲ ਯੂਵੀ ਖੇਡਣ ਲੱਗ ਗਿਆ। ਯੂਵੀ ਨੂੰ ਇੱਕ ਦਿਨ ਕਿਹਾ ਵੀ ਤੂੰ ਜਾ ਕੇ ਬੈਟਿੰਗ ਕਰ ਅੰਦਰ। ਪੁਨੀਤ ਬਾਲੀ ਸਾਰੇ ਜਿਹੜੇ ਕੰਮ ਕਰਨ ਵਾਲੇ ਸੀ, ਪੁਨੀਤ ਬਾਲੀ ਜੀ ਦੀ ਟੀਮ, ਜਿਹੜੇ ਰਠੌਰ ਵਗੈਰਾ, ਰਾਏ ਸਾਹਿਬ, ਹੋਰ ਸਾਰੇ, ਉਹਨਾਂ ਨੇ ਕਿਹਾ ਵੀ ਤੂੰ ਬੈਟਿੰਗ ਕਰ, ਕਈ ਗੱਲਾਂ ਕਰਨ ਨਾਲ ਕੁਝ ਹੁੰਦਾ ਨਹੀਂ। ਉਹ ਜੀ ਬੈਟਿੰਗ ਕਰਨ ਗਿਆ, 250 ਰਨ ਚੇਜ਼ ਕਰਨੇ ਸੀ। ਸ਼ੁਭਮ ਗਿੱਲ ਤੇ ਯੂਵੀ ਨੇ ਬੈਟਿੰਗ ਕੀਤੀ। ਯੂਵੀ ਨੇ 32 ਬਾਲਾਂ 'ਚ ਕੋਈ 100 ਰਨ ਕਰਕੇ ਤੇ ਸ਼ੁਭਮ ਗਿੱਲ ਵਗੈਰਾ ਜਿੱਤ ਕੇ ਆ ਗਿਆ। ਤੇ ਬੱਚਿਆਂ ਨੇ ਰਿਕੁਐਸਟ ਕੀਤੀ ਕਿ ਸਰ ਯੂਵੀ ਸਰ ਕੋ ਬੋਲੋ, ਸਾਰੇ ਬੱਚੇ ਵੀ ਨਾ ਰਿਟਾਇਰਮੈਂਟ ਵਾਪਸ ਲੈ ਕੇ ਪੰਜਾਬ ਵੱਲੋਂ ਖੇਡਣ, ਐਟਲੀਸਟ ਸਾਡੇ ਨਾਲ ਖੇਡਣਗੇ, ਅਸੀਂ ਬਹੁਤ ਕੁਝ ਸਿੱਖ ਜਾਵਾਂਗੇ। ਯੂਵੀ ਨੂੰ ਜ਼ੋਰ ਲਾਇਆ, ਯੂਵੀ ਨੇ ਆਪਣੀ ਰਿਟਾਇਰਮੈਂਟ ਵਾਪਸ ਲੈਣ ਦੀ ਗੱਲ ਕੀਤੀ। ਇਹ ਕਹਿੰਦਾ ਸੈਕਟਰੀ ਕੌਣ ਹੁੰਦਾ ਹੈ? ਯੁਵਰਾਜ ਸਿੰਘ ਨੂੰ ਕਹਿਣ ਵਾਲਾ ਕਿ ਤੂੰ ਆਪਣੀ ਰਿਟਾਇਰਮੈਂਟ ਵਾਪਸ ਲੈ ਲੈ। ਇਹ ਮੇਰਾ ਕੰਮ ਹੈ, ਪ੍ਰੈਜ਼ੀਡੈਂਟ ਦਾ ਕੰਮ ਹੈ। ਮੁੱਲਾਪੁਰ ਦਾ ਸਟੇਡੀਅਮ ਬੰਦ ਕਰਾਤਾ, ਪੀਸੀਏ ਦੀ ਅਕੈਡਮੀ ਬੰਦ ਕਰਾਤੀ।
ਇਹਨੇ ਸਾਰਾ ਕੁਝ ਬਲੌਕ ਕਰਤਾ। ਕੋਈ ਐਗਰੀਮੈਂਟ ਕਹਿੰਦਾ ਬੱਚਿਆਂ ਦੇ ਨਹੀਂ ਹੋਣਗੇ, ਇਸ ਕਰਕੇ ਕਿ ਬੋਰਡ ਤੋਂ ਜਿਹੜਾ ਪੈਸਾ ਆਉਂਦਾ ਉਹ ਖਾਣਾ ਬੰਦ ਹੋ ਗਿਆ, ਕਿਉਂਕਿ ਸੈਕਟਰੀ ਦੀ ਤਾਕਤ ਬਹੁਤ ਤਕੜੀ ਹੁੰਦੀ ਹੈ। ਹੁਣ ਉਸ ਤੋਂ ਬਾਅਦ ਇਹਨੇ ਜੀ ਜਦ ਇੱਕ ਗੱਲ ਚੱਲੀ, ਲੁਧਿਆਣਾ ਸੈਕਟਰੀ ਨੂੰ ਪੁੱਛੋ ਜਾ ਕੇ, ਉਹਨੂੰ ਬੁਲਾ ਕੇ ਇਹਨੇ ਯੂਟੀਸੀ ਦੇ ਵਿੱਚ ਆ ਕੇ ਉਹਨੂੰ ਧਮਕਾਇਆ ਕਿ ਇੱਥੇ ਐਫੀਡੇਵਿਟ ਸਾਈਨ ਕਰ। ਪਟਿਆਲੇ ਵਾਲਾ ਸੈਕਟਰੀ ਆ, ਉਹਨੂੰ ਧਮਕਾਇਆ ਇੱਥੇ ਐਫੀਡੇਵਿਟ ਸਾਈਨ ਕਰ। ਇਹਨੂੰ ਬੁਲਾਇਆ ਰੋਪੜ ਵਾਲੇ ਨੂੰ, ਉਹਨੂੰ ਧਮਕਾਇਆ। ਉਹਨਾਂ ਨੇ ਆ ਕੇ ਕਿਹਾ ਜੀ ਸਾਡੇ ਨਾਲ ਆਹ ਹੋ ਰਹੀ ਹੈ। ਉਸ ਤੋਂ ਬਾਅਦ ਮੈਂ ਮੁੱਦਾ ਚੱਕਿਆ, ਮੈਂ ਕਿ ਇਹ ਬਹੁਤ ਵੱਡਾ ਗੁੰਡਾ, ਇਹਨੂੰ ਦੱਸਦੇ ਆ ਜ਼ਿੰਦਗੀ ਵਿੱਚ, ਇਹਨੂੰ ਟੱਕਰਿਆ ਕੋਈ ਨਹੀਂ, ਕਿਉਂਕਿ ਸਾਰੇ ਡਰਦੇ ਇਹ ਤੋਂ। ਸੋ ਆਈ ਥਿੰਕ ਕਿ ਅੱਛਾ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਡਾਕੂਮੈਂਟ ਦਿਖਾਉਣਾ ਜਿੱਥੇ ਕੰਮ ਕਰਦਾ ਰਿਹਾ। ਆ ਜਿਹੜਾ ਰਿਕਾਰਡ ਕਰਨਾ ਸਰ, ਇੱਥੇ ਇੰਨੇ ਕੁ ਜਿਹੜੇ ਇਹਦੇ ਥੱਲੇ ਜਿਹੜੇ ਨਾ ਇਹ ਮਾਲਕ ਹੈ, ਨੌਕਰੀਆਂ ਕਰ ਰਿਹਾ। ਆ ਵੀ ਡਾਕੂਮੈਂਟ ਰਿਕਾਰਡ ਕਰਨਾ, ਇਹ ਵੀ ਲੋਕਾਂ ਨੂੰ ਦਿਖਾਉਣਾ, ਠੀਕ ਹੈ ਸਰ। ਮੀਟਿੰਗ ਹੋਈ ਇੱਕ 8/8 ਦੀ, ਜਿਹਦੇ ਵਿੱਚ ਇਹਦੀ ਡਿਸਕੁਆਲੀਫਿਕੇਸ਼ਨ ਵਾਸਤੇ ਗੱਲ ਹੋਈ। ਇਹਨੇ ਮਿੰਟਸ ਚੇਂਜ ਕਰਤੇ। ਕੈਨ ਯੂ ਇਮੈਜਿਨ ਇੱਕ ਕਿਹੋ ਜਿਹਾ ਬੰਦਾ ਹੈ ਕਿ ਮਿੰਟਸ ਜਿਹੜਾ ਹੈ ਉਹ ਸੈਕਟਰੀ ਰਿਕਾਰਡ ਕਰਦਾ ਹੈ। ਕੋਈ ਪ੍ਰੈਜ਼ੀਡੈਂਟ ਆ ਕੇ ਮਿੰਟਸ ਚੇਂਜ ਨਹੀਂ ਕਰ ਸਕਦਾ, ਉਹਦੇ ਵਾਸਤੇ ਬਹੁਤ ਵਧੀ ਗਟਸ ਚਾਹੀਦੀਆਂ ਨੇ। ਮੈਂ ਕਦੇ ਨਹੀਂ ਸੀ ਇਹ ਗੱਲ ਕਰਨੀ। ਸੁਪਰੀਮ ਕੋਰਟ ਲੋਧਾ ਕਮੇਟੀ ਨੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਬਣਾਏ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਹਨੂੰ ਜਦ ਗੱਲ ਚੱਲੀ ਡਿਸਕੁਆਲੀਫਿਕੇਸ਼ਨ ਦੀ, ਇਹ ਘਬਰਾ ਗਿਆ। ਇਹਨੇ ਜਾ ਕੇ ਸਟੇਟਮੈਂਟ ਦੇ ਦਿੱਤੀ ਕਿ ਲਓ ਜੀ ਮੈਂ ਤਾਂ ਪੈਸੇ ਲੈਂਦਾ ਨਹੀਂ। ਮੈਂ ਇਹਨੂੰ ਪੁੱਛਾਂ ਵੀ ਤੂੰ ਪੈਸੇ ਨਹੀਂ ਲੈਂਦਾ ਤੇ ਤੂੰ ਉੱਥੇ 7-7 ਆਫਿਸ ਹੋਲਡ ਕਰਦਾ ਹੈ, ਤੇਰੇ ਜਿਪਸੀਆਂ ਚੱਲਦੀਆਂ, ਗਵਰਨਮੈਂਟ ਦੀ ਮਸ਼ੀਨਰੀ ਯੂਜ਼ ਹੁੰਦੀ ਹੈ, ਤੂੰ ਨਾ ਵੀ ਪੈਸੇ ਲੈ ਤਾਂ ਵੀ ਤੂੰ ਡਿਸਕੁਆਲੀਫਾਈ ਹੁੰਦਾ। ਮੈਂ ਤੱਕ ਸੁਪਰੀਮ ਕੋਰਟ ਗਿਆ ਨਹੀਂ, ਪਰ ਮੈਂ ਇਹਦੇ ਖਿਲਾਫ ਧੁਰ ਤੱਕ ਲੜਾਈ ਕਰਕੇ ਇਹਨੂੰ ਬਾਹਰ ਕੱਢਣਾ। ਕੱਲ੍ਹ ਮੈਂ ਰਾਣਾ ਸੋਢੀ ਦੇ ਬਹੁਤ ਕਲੋਜ਼ੈਸਟ ਲਾਡੀ ਮੁੰਡਾ ਹੈ, ਉਹਨਾਂ ਦਾ ਬੜਾ ਪਿਆਰਾ, ਮੇਰੇ ਬੜਾ ਅੱਛਾ ਦੋਸਤ ਹੈ। ਮੈਂ ਕਿਹਾ ਰਾਣਾ ਸਾਹਿਬ ਨੂੰ ਕਹਿ ਦੇ ਕਿ ਭਾਈ ਆਪ ਦਾ ਚਾਲ ਚੱਲਣ, ਆਪ ਦਾ ਹਿਸਾਬ ਕਿਤਾਬ ਠੀਕ ਕਰ ਲੈ, ਨਹੀਂ ਇਹਦੇ ਖਿਲਾਫ ਇਕੱਲਾ ਮੈਂ ਨਹੀਂ ਖੜਾ, ਸਾਰੀ ਦੁਨੀਆ ਖੜ ਜਾਣੀ ਹੈ। ਸੋ ਇਟ ਇਜ਼ ਬੈਟਰ ਟੂ ਪ੍ਰੈਜ਼ੀਡੈਂਟ ਸਭ ਨਾਲ ਮਿਲ ਕੇ ਚੱਲ, ਸਾਨੂੰ ਕੋਈ ਗੱਲ ਨਹੀਂ। ਤੂੰ ਕਹਿ ਬੱਚਿਓ ਚਲੋ ਵੀ ਕੀ ਕਰਨਾ, ਆ ਵੀ ਕਰੋ। ਤੁਸੀਂ ਬੌਸਗਿਰੀ ਕਰੋਗੇ ਤਾਂ ਐਸੋਸੀਏਸ਼ਨ ਕਿਵੇਂ ਚੱਲੇਗੀ? PCA ਦੇ ਵਿੱਚ ਪਿਛਲੇ 20 ਸਾਲ ਤੋਂ ਮੈਨੂੰ ਦੱਸੋ ਅੱਜ ਤੱਕ ਇੱਕ ਵੀ ਹਿੰਦੁਸਤਾਨ ਨਹੀਂ ਖੇਡਿਆ ਕ੍ਰਿਕਟਰ ਕੋਈ। ਕਿਉਂ? ਪਿਛਲੇ 20 ਸਾਲ ਤੋਂ 800 ਕਰੋੜ ਦਾ ਘੁਟਾਲਾ। ਤੁਸੀਂ ਸਾਰਿਆਂ ਨੇ ਕਦੇ ਇਹ ਗੱਲ ਨੂੰ ਸੋਚਿਆ ਕਿ ਮੈਂ ਜਾ ਕੇ ਕੱਢਾਂ ਕਿ ਵੀ ਇੰਨਾ ਕੁਛ ਕਿੱਥੇ ਗਿਆ ਪੈਸਾ? ਮੈਨੂੰ ਕੋਈ ਪਰਵਾਹ ਨਹੀਂ। ਮੈਂ ਸਿਰਫ ਇੰਨਾ ਕਹਿੰਦਾ ਵੀ ਹੁਣ ਚੰਗੇ ਬੰਦੇ ਆਏ। ਯੂਵੀ ਆ ਗਿਆ, ਆਪਣਾ ਪੁਨੀਤ ਬਾਲੀ ਆ ਗਿਆ। ਮੈਂ ਤਾਂ ਭੱਜੂ ਨੂੰ ਵੀ ਕਹਿ ਰਿਹਾ ਯੂ ਸ਼ੁੱਡ ਕਮ ਬੈਕ, ਉਹਨੂੰ ਵੀ ਲੈ ਕੇ ਆਉਣੇ ਆ, ਰਿਕੁਐਸਟ ਕਰਾਂਗੇ। ਚੰਗੇ ਬੰਦੇ ਕੰਮ ਕਰਨਗੇ ਤਾਂ PCA ਚੱਲੇਗੀ। ਸੋ ਆਹ ਦੀ ਪ੍ਰੋਬਲਮ ਹੈ। ਆਈ ਥਿੰਕ ਪੀਪਲ ਲਾਈਕ ਹਿਮ ਸ਼ੁੱਡ ਗੋ ਐਂਡ ਹੀ ਹੈਜ਼ ਟੂ ਗੋ, ਹੀ ਸ਼ੁੱਡ ਗੋ ਸਰ। ਹਾਂਜੀ, ਐਟਲੀਸਟ ਇੱਕ ਐਸੋਸੀਏਸ਼ਨ ਦਾ ਜਿਹੜੀ ਹੈਗੀ ਹੈ ਉਹ ਠੀਕ ਚੱਲੇ, ਉਹਦੀ ਤਾਂ ਗੰਦ ਖਤਮ ਹੋਵੇ। ਪਾਂਡਵ ਸਾਹਿਬ ਤਾਂ ਬੁੱਢੇ ਹੋ ਗਏ ਤਾਂ ਵਿਚਾਰਾ ਦਿਖਦਾ ਨਹੀਂ। ਬਿੰਦਰਾ ਸਾਹਿਬ ਯਾਦਸ਼ ਉਹਨਾਂ ਦੀ ਖੋ ਗਈ, ਤੇ ਫਿਰ ਵੀ ਉਸ ਬੰਦਿਆਂ ਨੇ ਸਟੇਡੀਅਮ ਬਣਾ ਕੇ ਕ੍ਰਿਕਟ ਦੇ ਪ੍ਰਫੁੱਲਤ ਕੀਤੀ ਹੈ ਨਾ। ਤੁਸੀਂ ਉਹਨਾਂ ਦੀ ਇੱਜ਼ਤ ਤਾਂ ਕਰੋ ਨਾ। ਮਤਲਬ ਯੋਗਰਾਜ ਸਿੰਘ ਨੂੰ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ PCA ਪ੍ਰੈਜ਼ੀਡੈਂਟ ਹੋ ਸਕਦੇ ਨੇ। ਨਹੀਂ ਜੀ, ਮੈਨੂੰ ਕੋਈ ਸ਼ੌਕ ਨਹੀਂ ਇਹ ਚੀਜ਼ਾਂ ਕਰਨ ਦਾ। ਮੈਂ ਤਾਂ ਸਿਰਫ ਇਸ ਕਰਕੇ ਆਇਆ ਸੀ ਕਿਉਂਕਿ ਪੁਨੀਤ ਬਾਲੀ ਇੱਕ ਬਹੁਤ ਵਧੀਆ ਬੰਦਾ ਹੈਗਾ। ਉਸ ਤੋਂ ਬਾਅਦ ਯੂਵੀ ਆ ਗਿਆ ਤੇ ਮੈਂ ਸੋਚਿਆ ਚਲੋ ਮੈਂ ਵੀ ਇਹਨਾਂ ਨਾਲ ਚਲੇ ਚੱਲਾਂ। ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ, ਮੈਨੂੰ ਇਹਨਾਂ ਨੇ ਕਿਹਾ ਯੋਗਰਾਜ ਸਿੰਘ ਜੀ ਤੁਸੀਂ ਵੀ ਆਓ। ਸਾਰੇ ਮੈਨੂੰ ਕਹਿਣ ਲੱਗੇ। ਮੈਂ ਕਿਹਾ ਚੰਗਾ ਯਾਰ, ਮੈਂ ਐਪਲੀਕੇਸ਼ਨ ਬਣਾ ਕੇ ਦੇਤੀ ਕਿ ਮੈਨੂੰ ਵੀ ਐਗਜ਼ੈਕਟਿਵ ਮੈਂਬਰ ਬਣਾਇਆ ਜਾਏ। ਮੈਂ ਪੰਜਾਬ ਦੀ ਕਪਤਾਨੀ ਕੀਤੀ ਹੈ ਤੇ ਪੰਜਾਬ ਵੱਲੋਂ ਖੇਡਿਆ। ਇਹਨੇ ਪਰਸਨਲੀ ਸਾਰਿਆਂ ਨੂੰ ਅਪਰੂਵ ਕਰਤਾ ਜੀ। पर्सनली लेटर लेके खड़ा हो गया, योगराज सिंह एग्जीक्यूटिव मेंबर नहीं बनेगा क्योंकि मैंने कहा है। क्यों भाई? क्योंकि रूल ये कहता है कि जब वो इंडिया खेला था भुपिंदर सिंह सीनियर कहता वो जी हरियाणे वालों खेडिया। ਇਹ ਵੀ ਰੂਲ ਹੈਗਾ ਕਿ ਜੇ ਤੂੰ ਕਪਤਾਨੀ ਕੀਤੀ ਉਸ ਤੋਂ ਬਾਅਦ ਤੇ ਤੁਹਾਡੀ ਪ੍ਰਾਪਰਟੀ ਵਗੈਰਾ ਪੰਜਾਬ 'ਚ ਹੈਗੀ, ਤੁਸੀਂ ਐਗਜ਼ੈਕਟਿਵ ਮੈਂਬਰ ਬਣ ਸਕਦੇ ਹੋ। ਤੇ ਆਪਾਂ ਇਹਨੂੰ ਵੀ ਦਿਖਾਉਣਾ, ਐਗਜ਼ੈਕਟਿਵ ਮੈਂਬਰ ਬਣ ਕੇ ਵੀ ਦਿਖਾਉਣਾ ਤੇ PCA ਤੋਂ ਗੰਦ ਵੀ ਸਾਫ਼ ਕਰਨਾ। ਥੈਂਕ ਯੂ ਜੀ। ਬਿਲਕੁਲ, ਤੁਸੀਂ ਸੁਣਿਆ ਯੋਗਰਾਜ ਸਿੰਘ ਜੀ ਜਿਹੜੇ ਕਿ ਸਾਫ਼ ਦੱਸ ਰਹੇ ਕਿ ਅੱਜ 13 ਸਾਲ ਹੋ ਚੁੱਕੇ ਨੇ। ਹਾਲਾਂਕਿ 13 ਨੰਬਰ ਸਾਰਿਆਂ ਲਈ ਅਨਲੱਕੀ ਹੁੰਦਾ, ਲੇਕਿਨ ਇਹ ਆਪਣੇ ਆਪ ਨੂੰ ਬੜਾ ਲੱਕੀ ਸਾਬ ਮੰਨਦੇ ਨੇ ਕਿ ਅੱਜ 13 ਸਾਲ ਬਾਅਦ ਵੀ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ। ਤੇ ਯੁਵਰਾਜ ਨੇ ਜਿਸ ਤਰੀਕੇ ਦਾ ਮਾਈਲਸਟੋਨ 13 ਸਾਲ ਪਹਿਲਾਂ ਬਣਾਇਆ ਸੀਗਾ, ਉਸ ਨੂੰ ਕਦੀ ਵੀ ਨਹੀਂ ਤੋੜਿਆ ਜਾ ਸਕਦਾ, ਉਸ ਰਿਕਾਰਡ ਨੂੰ। ਤੇ ਹਰ ਪਾਰੀ ਨੂੰ ਯੁਵਰਾਜ ਦੀ ਯਾਦ ਕਰਦੇ ਭਾਵੁਕ ਵੀ ਹੋ ਜਾਂਦੇ ਨੇ। ਤੇ ਨਾਲ ਇਹ ਵੀ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਹਲੇ ਯੁਵਰਾਜ ਨੂੰ ਹੋਰ ਅੱਗੇ ਖੇਡਣਾ ਚਾਹੀਦਾ ਸੀ। ਜਿਹੜਾ IPL ਇਸ ਤੋਂ ਸ਼ੁਰੂ ਹੋ ਰਿਹਾ ਉਸ IPL ਦਾ ਵੀ ਹਿੱਸਾ ਹੋਣਾ ਚਾਹੀਦਾ ਸੀ, ਲੇਕਿਨ ਮਲਾਲ ਹੈ ਕਿ ਉਹ ਨਹੀਂ ਹੈ। ਲੇਕਿਨ ਫਿਰ ਵੀ ਉਸ ਦੀ ਭਵਿੱਖ ਦੀ ਜਿਹੜੀ ਕਾਮਨਾ ਯੋਗਰਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648 देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।